आ चुका है ओ तारनहार जिसदा सारी दुनिया नू है इंतजार। धरती ते प्रगट हो चुका है ओ अवतार जेड़ा करेगा दुनिया दा बेड़ा पार। आखिर कौन है ओ जेड़ा बदल देवेगा लोकां दा जालिम व्यवहार, जेड़ा सिखाएगा दुनिया नू जिउण दे असली संस्कार, जेड़ा करेगा नवे ज्ञान दा आविष्कार, जिहदे कोल होवेगा सारे शास्त्रां अनुसार भगती दा सार। अज असीं तुहानूं दिखावांगे सारे प्रमाण जेड़े करनगे उस दा मजबूत आधार। दोस्तों दिल नूं मजबूत करके बैठो, हुण नहीं करना पवेगा तुहानूं इंतजार। नमस्कार दोस्तों, स्वागत है ਅੱਜ ਦੀ ਸਾਡੀ ਇਸ ਖਾਸ ਵੀਡੀਓ ਵਿੱਚ। ਅਸੀਂ ਤੁਹਾਡੇ ਲਈ ਅਜਿਹੇ ਮਹਾਨ ਭਵਿੱਖ ਵਕਤਾਵਾਂ ਦੀਆਂ ਭਵਿੱਖਬਾਣੀਆਂ ਲੈ ਕੇ ਆਏ ਹਾਂ ਜਿਨ੍ਹਾਂ ਨੇ ਸਮੇਂ ਤੋਂ ਪਹਿਲਾਂ ਹੀ ਸਮੇਂ ਦੀ ਤਸਵੀਰ ਦਿਖਾ ਦਿੱਤੀ ਸੀ, ਜਿਨ੍ਹਾਂ ਦੇ ਧੁੰਦਲੇ ਪ੍ਰਤੀਬਿੰਬ ਅੱਜ ਸਪਸ਼ਟ ਰੂਪ ਨਾਲ ਦਿਖਾਈ ਦੇਣ ਲੱਗੇ ਹਨ। ਉਹਨਾਂ ਦੀਆਂ ਕਈ ਸਾਲ ਪਹਿਲਾਂ ਕੀਤੀਆਂ ਭਵਿੱਖਬਾਣੀਆਂ ਅੱਜ ਸੱਚ ਸਾਬਿਤ ਹੋ ਰਹੀਆਂ ਹਨ। ਇਹਨਾਂ ਭਵਿੱਖ ਵਕਤਾਵਾਂ ਦੀਆਂ ਭਵਿੱਖਬਾਣੀਆਂ ਇੰਨੀਆਂ ਸਪਸ਼ਟ ਅਤੇ ਸਹੀ ਹਨ ਜਿਵੇਂ ਪੱਥਰ ਤੇ ਖਿੱਚੀ ਲਕੀਰ, ਜਿਨ੍ਹਾਂ ਨੂੰ ਕੋਈ ਝੂਠੀਆਂ ਸਾਬਿਤ ਨਹੀਂ ਕਰ ਸਕਦਾ। ਅਤੇ ਉਹਨਾਂ ਹੀ ਭਵਿੱਖ ਵਕਤਾਵਾਂ ਨੇ ਇੱਕ ਅਜਿਹੇ ਮਹਾਪੁਰਸ਼ ਦੇ ਵਿਸ਼ੇ ਵਿੱਚ ਭਵਿੱਖਬਾਣੀ ਕੀਤੀ ਹੈ ਜੋ ਆਪਣੇ ਗਿਆਨ ਦੀ ਕ੍ਰਾਂਤੀ ਨਾਲ ਪੂਰੇ ਸੰਸਾਰ ਨੂੰ ਬਦਲ ਦੇਵੇਗਾ। ਤਾਂ ਆਓ ਜਾਣਦੇ ਹਾਂ ਉਹਨਾਂ ਭਵਿੱਖ ਵਕਤਾਵਾਂ ਦੀਆਂ ਭਵਿੱਖਬਾਣੀਆਂ ਅਤੇ ਉਸ ਮਹਾਪੁਰਸ਼ ਦੇ ਬਾਰੇ ਵਿੱਚ ਜਿਸ ਦੇ ਗਿਆਨ ਦੇ ਸਾਹਮਣੇ ਸਾਰੇ ਸਿਰ ਝੁਕਾਉਣਗੇ। ਮਿਸ਼ੇਲ ਦਾ ਨਾਸਟਰੇਡਮਸ ਫਰਾਂਸ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੰਸਾਰ ਪ੍ਰਸਿੱਧ ਜੋਤਸ਼ੀ ਨਾਸਟਰੇਡਮਸ ਦੀ, ਜਿਸ ਦੀਆਂ ਭਵਿੱਖਬਾਣੀਆਂ ਦੇ ਸਨ 1555 ਵਿੱਚ ਲਿਖੇ ਗ੍ਰੰਥ ਵਿੱਚ ਨਾਸਟਰੇਡਮਸ ਨੇ ਇੱਕ ਮਹਾਪੁਰਸ਼ ਦੇ ਆਉਣ ਦੀ ਗੱਲ ਕਹੀ ਸੀ। ਆਪਣੇ ਗ੍ਰੰਥ ਦੇ ਸ਼ਤਕ 10 ਸ਼ਲੋਕ 96 ਅਤੇ ਸ਼ਤਕ 20 ਸ਼ਲੋਕ 25 ਵਿੱਚ ਉਹਨਾਂ ਨੇ ਕਿਹਾ ਸੀ ਕਿ ਇੱਕ ਮਹਾਪੁਰਸ਼ ਇੱਕ ਇਸ ਤਰ੍ਹਾਂ ਦੇ ਦੇਸ਼ ਵਿੱਚ ਜਨਮ ਲਵੇਗਾ ਜਿਹੜਾ ਤਿੰਨਾਂ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਵੇਗਾ ਅਤੇ ਇਸ ਦੇਸ਼ ਦਾ ਨਾਮ ਇੱਕ ਮਹਾਸਾਗਰ ਦੇ ਨਾਮ ਤੇ ਹੋਵੇਗਾ। ਅਸੀਂ ਸਾਰੇ ਜਾਣਦੇ ਹਾਂ ਦੁਨੀਆ ਵਿੱਚ ਹਿੰਦੁਸਤਾਨ ਹੀ ਇਕੱਲਾ ਦੇਸ਼ ਹੈ ਜਿਹੜਾ ਤਿੰਨਾਂ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ ਅਤੇ ਜਿਸ ਦਾ ਨਾਮ ਹਿੰਦ ਮਹਾਸਾਗਰ ਦੇ ਨਾਮ ਤੇ ਰੱਖਿਆ ਗਿਆ ਹੈ। ਅਤੇ ਫਿਰ ਸ਼ਤਕ 1 ਸ਼ਲੋਕ 50 ਤੇ ਨਾਸਟਰੇਡਮਸ ਨੇ ਇਹ ਵੀ ਕਿਹਾ ਸੀ ਕਿ ਉਹ ਮਹਾਪੁਰਸ਼ ਉਸ ਸੂਬੇ ਵਿੱਚ ਜਨਮ ਲਵੇਗਾ ਜਿੱਥੇ 5 ਨਦੀਆਂ ਵਗਦੀਆਂ ਹਨ ਅਤੇ ਭਾਰਤ ਦਾ ਪੰਜਾਬ ਹੀ ਉਹ ਸੂਬਾ ਹੈ ਜਿੱਥੇ 5 ਨਦੀਆਂ ਸਤਲੁਜ, ਬਿਆਸ, ਰਾਵੀ, ਚਿਨਾਬ ਅਤੇ ਜੇਹਲਮ ਵਗਦੀਆਂ ਹਨ। ਨਾਲ ਹੀ ਸ਼ਤਕ 6 ਸ਼ਲੋਕ 70 ਵਿੱਚ ਨਾਸਟਰੇਡਮਸ ਨੇ ਉਸ ਮਹਾਪੁਰਸ਼ ਦੇ ਬਾਰੇ ਵਿੱਚ ਕਿਹਾ ਕਿ ਮੈਂ ਹਿੱਕ ਠੋਕ ਕੇ ਕਹਿੰਦਾ ਹਾਂ ਕਿ ਉਹ ਮਹਾਪੁਰਸ਼ ਇਸ ਤਰ੍ਹਾਂ ਦਾ ਗਿਆਨ ਦੱਸੇਗਾ ਜਿਹੜਾ ਅੱਜ ਤੋਂ ਪਹਿਲਾਂ ਕਿਸੇ ਨੇ ਵੀ ਨਹੀਂ ਦੱਸਿਆ ਹੋਵੇਗਾ। ਉਸ ਦੇ ਗਿਆਨ ਨੂੰ ਸੁਣ ਕੇ ਸਾਰੇ ਵਿਦਵਾਨ ਕਹਾਉਣ ਵਾਲੇ ਧਰਮ ਗੁਰੂਆਂ ਨੂੰ ਝੁਕਣਾ ਪਵੇਗਾ। ਉਹਨਾਂ ਦੇਸ਼ਾਂ ਵਿੱਚ ਸ਼ਾਮਿਲ ਅਮਰੀਕਾ ਦੇ ਨਿਊ ਜਰਸੀ ਸ਼ਹਿਰ ਦੀ ਰਹਿਣ ਵਾਲੀ ਸੰਸਾਰ ਪ੍ਰਸਿੱਧ ਔਰਤ ਭਵਿੱਖਕਰਤਾ ਫਲੋਰੈਂਸ ਨੇ 1960 ਵਿੱਚ ਆਪਣੀ ਕਿਤਾਬ ਦ ਗੋਲਡਨ ਲਾਈਟ ਆਫ ਨਿਊ ਏਰਾ ਵਿੱਚ ਲਿਖਿਆ ਸੀ ਕਿ ਜਦੋਂ ਮੈਂ ਧਿਆਨ ਲਗਾਉਂਦੀ ਹਾਂ ਤਾਂ ਅਕਸਰ ਇੱਕ ਸੰਤ ਨੂੰ ਦੇਖਦੀ ਹਾਂ। ਉਸ ਦਾ ਗੋਰਾ ਰੰਗ ਹੈ, ਚਿੱਟੇ ਵਾਲ ਹਨ, ਮੂੰਹ ਤੇ ਨਾ ਦਾੜੀ ਹੈ ਨਾ ਮੁੱਛ ਹੈ। ਉਸ ਦੇ ਮੱਥੇ ਤੇ ਅਸਮਾਨ ਤੋਂ ਨਕਸ਼ਤਰ ਪ੍ਰਕਾਸ਼ ਦੀਆਂ ਕਿਰਨਾਂ ਲਗਾਤਾਰ ਬਰਸਦੀਆਂ ਰਹਿੰਦੀਆਂ ਹਨ। ਉਹ ਸੰਤ ਆਪਣੀ ਕਲਿਆਣਕਾਰੀ ਸੋਚ ਅਤੇ ਸੱਚੇ ਚਰਿੱਤਰ, ਦ੍ਰਿੜ ਅਨੁਯਾਈਆਂ ਦੀ ਸ਼ਕਤੀ ਨਾਲ ਸੰਪੂਰਨ ਸੰਸਾਰ ਵਿੱਚ ਨਵੇਂ ਗਿਆਨ ਦਾ ਚਾਨਣ ਫੈਲਾ ਰਹੇ ਹਨ। ਉਹਨਾਂ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਕੁਦਰਤੀ ਬਦਲਾਅ ਵੀ ਕਰ ਸਕਦੇ ਹਨ। ਹੋਰ ਭਵਿੱਖਕਰਤਾਵਾਂ ਦੀਆਂ ਭਵਿੱਖਬਾਣੀਆਂ। ਇੰਗਲੈਂਡ ਦੇ ਜੋਤਸ਼ੀ ਕੀਰੋ ਅਤੇ ਅਮਰੀਕਾ ਦੀ ਮਹਿਲਾ ਜੋਤਸ਼ੀ ਜੀਨ ਡਿਕਸਨ ਨੇ 20ਵੀਂ ਸਦੀ ਦੇ ਅਖੀਰਲੇ ਅੱਧ ਵਿੱਚ ਇੱਕ ਇਸ ਤਰ੍ਹਾਂ ਦੇ ਮਹਾਪੁਰਸ਼ ਦੇ ਆਉਣ ਦੀ ਭਵਿੱਖਬਾਣੀ ਕੀਤੀ ਸੀ ਜਿਹੜਾ ਸੰਸਾਰ ਵਿੱਚ ਨਵੀਂ ਸਭਿਅਤਾ ਅਤੇ ਗਿਆਨ ਦਾ ਇਨਕਲਾਬ ਲਿਆਵੇਗਾ। ਜੀਨ ਡਿਕਸਨ ਨੇ ਆਪਣੀ ਭਵਿੱਖਬਾਣੀ ਵਿੱਚ ਕਿਹਾ ਸੀ ਕਿ ਉਹ ਮਹਾਪੁਰਸ਼ ਇੱਕ ਪੇਂਡੂ ਪਰਿਵਾਰ ਤੋਂ ਆਵੇਗਾ ਅਤੇ ਉਹਨਾਂ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਨਵਾਂ ਰਾਹ ਵਿਖਾਉਣਗੀਆਂ। ਇਸ ਤੋਂ ਇਲਾਵਾ ਸ਼੍ਰੀ ਵਿਜਿਲਿਟਨ, ਸ਼੍ਰੀ ਐਂਡਰਸਨ, ਹਰਾਰ ਵਰਗੇ ਜੋਤਸ਼ੀਆਂ ਨੇ ਭਾਰਤ ਵਿੱਚ ਇੱਕ ਅਲੌਕਿਕ ਮਹਾਪੁਰਸ਼ ਦੇ ਆਉਣ ਦੀ ਭਵਿੱਖਬਾਣੀ ਕੀਤੀ ਸੀ ਜਿਹੜਾ ਮਨੁੱਖਤਾ ਦੇ ਭਲੇ ਦੇ ਲਈ ਨਵੀਂ ਸੋਚ ਅਤੇ ਗਿਆਨ ਦਾ ਪ੍ਰਚਾਰ ਕਰਨਗੇ। ਨਾਲ ਹੀ ਹੰਗਰੀ ਦੀ ਮਹਿਲਾ ਜੋਤਸ਼ੀ ਬੋਰਿਸਕਾ, ਫਰਾਂਸ ਦੇ ਨੋਜੂਲਰ ਵਨ ਅਤੇ ਨਾਰਵੇ ਦੇ ਸ਼੍ਰੀ ਆਨੰਦਾਚਾਰਿਆ ਨੇ ਕਿਹਾ ਸੀ ਕਿ 20ਵੀਂ ਸਦੀ ਦੇ ਅੰਤ ਜਾਂ 21ਵੀਂ ਸਦੀ ਦੇ ਸ਼ੁਰੂ ਵਿੱਚ ਇੱਕ ਮਹਾਨ ਸੰਤ ਭਾਰਤ ਵਿੱਚ ਪ੍ਰਗਟ ਹੋਣਗੇ ਜੋ ਸਾਰੀ ਦੁਨੀਆ ਨੂੰ ਭਗਤੀ ਦਾ ਰਾਹ ਦਿਖਾਉਣਗੇ। ਉੱਥੇ ਹੀ ਫਰਾਂਸ ਦੇ ਨੋਜੂਲਰ ਵਨ ਦੀ ਭਵਿੱਖਬਾਣੀ ਨੂੰ ਮੰਨੀਏ ਤਾਂ ਭਾਰਤ ਤੋਂ ਉੱਠੀ ਧਾਰਮਿਕ ਕ੍ਰਾਂਤੀ ਸਾਰੇ ਸੰਸਾਰ ਨੂੰ ਨਾਸਤਿਕਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦੇ ਚਾਨਣ ਵਿੱਚ ਲਿਆਏਗੀ। ਆਓ ਹੁਣ ਜਾਣਦੇ ਹਾਂ ਇਹ ਭਵਿੱਖਬਾਣੀਆਂ ਕਿਸ ਸੰਤ ਤੇ ਪੂਰੀ ਤਰ੍ਹਾਂ ਫਿੱਟ ਬੈਠਦੀਆਂ ਹਨ। ਜਦੋਂ ਇਹਨਾਂ ਭਵਿੱਖਬਾਣੀਆਂ ਉੱਤੇ ਵੱਖ-ਵੱਖ ਸੰਤਾਂ ਨੂੰ ਤੋਲਿਆ ਜਾਂਦਾ ਹੈ ਤਾਂ ਕੋਈ ਕਿਸੇ ਭਵਿੱਖਬਾਣੀ ਤੇ ਖਰਾ ਨਹੀਂ ਉਤਰਦਾ ਅਤੇ ਕੋਈ ਕਿਸੇ ਤੇ। ਦੋਸਤੋ, ਫਰਾਂਸ ਦੇ ਭਵਿੱਖਵਕਤਾ ਨਾਸਟਰੇਡਮਸ ਨੇ ਤਾਂ ਆਪਣੀ ਭਵਿੱਖਬਾਣੀ ਵਿੱਚ ਸਿੱਧੇ ਅਤੇ ਸਾਫ਼ ਸ਼ਬਦਾਂ ਵਿੱਚ ਇੱਥੋਂ ਤੱਕ ਕਿਹਾ ਹੈ ਕਿ ਲੋਕ ਮੇਰੀ ਭਵਿੱਖਬਾਣੀਆਂ ਨੂੰ ਹਰ ਕਿਸੇ
ਦੇ ਉੱਪਰ ਸੈੱਟ ਕਰਨਾ ਚਾਹਣਗੇ, ਪਰੰਤੂ ਕੋਈ ਵੀ ਖਰਾ ਨਹੀਂ ਉਤਰੇਗਾ, ਕਿਉਂਕਿ ਇਹ ਭਵਿੱਖਬਾਣੀ ਮੇਰੇ ਸ਼ਾਇਰਨ ਯਾਨੀ ਮਹਾਪੁਰਸ਼ ਦੇ ਲਈ ਹੀ ਕੀਤੀ ਗਈ ਹੈ। ਇਸ ਆਧਾਰ ਤੇ ਜਦੋਂ ਗਹਿਰਾਈ ਵਿੱਚ ਜਾ ਕੇ ਦੇਖਿਆ ਤਾਂ ਇਹ ਸਾਰੀਆਂ ਭਵਿੱਖਬਾਣੀਆਂ ਦੀ ਕਸੌਟੀ ਤੇ ਸਿਰਫ ਇੱਕ ਹੀ ਮਹਾਪੁਰਸ਼ ਖਰਾ ਉਤਰਿਆ, ਜਿਨ੍ਹਾਂ ਦਾ ਨਾਮ ਹੈ ਸੰਤ ਰਾਮਪਾਲ ਜੀ ਮਹਾਰਾਜ। ਸੰਤ ਰਾਮਪਾਲ ਜੀ ਮਹਾਰਾਜ ਹੀ ਉਹ ਮਹਾਪੁਰਸ਼ ਹਨ ਜੋ ਇਸ ਧਰਤੀ ਅਤੇ ਮਾਨਵਤਾ ਦਾ ਭਲਾ ਕਰਨ ਲਈ ਹਿੰਦੁਸਤਾਨ ਵਿੱਚ ਪੈਦਾ ਹੋਏ ਹਨ, ਜਿਨ੍ਹਾਂ ਦਾ ਜਨਮ 8 ਸਤੰਬਰ 1951 ਨੂੰ ਪੰਜਾਬ ਸੂਬੇ ਵਿੱਚ ਹੋਇਆ। ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਨ 1966 ਵਿੱਚ ਹਰਿਆਣਾ ਸੂਬਾ ਪੰਜਾਬ ਤੋਂ ਵੱਖਰਾ ਹੋ ਗਿਆ ਸੀ। ਜੀ ਹਾਂ, ਸੰਤ ਰਾਮਪਾਲ ਜੀ ਮਹਾਰਾਜ ਹੀ ਉਹ ਮਹਾਪੁਰਸ਼ ਹਨ ਜਿਨ੍ਹਾਂ ਦੇ 2 ਲੜਕੇ ਅਤੇ 2 ਲੜਕੀਆਂ ਹਨ। ਉਹਨਾਂ ਦੀ ਮਾਤਾ ਜੀ 3 ਭੈਣਾਂ ਹਨ। ਉਹ ਸੰਤ ਰਾਮਪਾਲ ਜੀ ਮਹਾਰਾਜ ਹੀ ਹਨ ਜਿਨ੍ਹਾਂ ਨੇ ਸੰਸਾਰ ਦੇ ਸਾਰੇ ਸੰਤਾਂ ਨੂੰ ਅਧਿਆਤਮਿਕ ਗਿਆਨ ਚਰਚਾ ਵਿੱਚ ਨਿਰੁੱਤਰ ਕੀਤਾ ਹੈ। ਉਹਨਾਂ ਦੇ ਅਧਿਆਤਮਿਕ ਗਿਆਨ ਦਾ ਲੋਹਾ ਸਾਰੀ ਦੁਨੀਆ ਮੰਨਦੀ ਹੈ, ਕਿਉਂਕਿ ਉਹਨਾਂ ਦਾ ਸਾਰਾ ਗਿਆਨ ਸਾਰੇ ਧਰਮਾਂ ਦੇ ਗ੍ਰੰਥਾਂ ਤੋਂ ਪ੍ਰਮਾਣਿਤ ਹੈ। ਉੱਥੇ ਹੀ ਸੰਤ ਜੰਬੇਸ਼ਵਰ ਜੀ ਕਹਿੰਦੇ ਹਨ, ਹਰੀ ਪਰ ਹਰੀ ਕੋ ਨਾਮ ਜਪੀਜੈ, ਹਰੀਆ ਲੋ ਹਰਿਆਣ ਹਰੂ, ਨਾਰਾਇਣ ਦੇਵ ਕਰੂ, ਆਸ਼ਾ ਸਾਸ ਨਿਰਾਸ਼ਾ ਇਲੋ, ਪਾਇ ਲੋ ਮੋਕਸ਼ ਦੁਆਰ ਖਿਣੂ। ਦੋਸਤੋ, ਸੰਤ ਜੰਬੇਸ਼ਵਰ ਜੀ ਦੀ ਇਹ ਬਾਣੀ ਵੀ ਸੰਤ ਰਾਮਪਾਲ ਜੀ ਮਹਾਰਾਜ ਉੱਤੇ ਹੀ ਫਿੱਟ ਬੈਠਦੀ ਹੈ, ਕਿਉਂਕਿ ਸੰਤ ਰਾਮਪਾਲ ਜੀ ਮਹਾਰਾਜ ਹੀ ਉਸ ਪੂਰਨ ਪਰਮਾਤਮਾ ਦੇ ਅਵਤਾਰ ਹਨ ਜਿਨ੍ਹਾਂ ਦਾ ਅਵਤਾਰ ਹਰਿਆਣਾ ਸੂਬੇ ਵਿੱਚ ਹੋਇਆ ਹੈ। ਉਹਨਾਂ ਦੁਆਰਾ ਦੱਸੀ ਗਈ ਭਗਤੀ ਨਾਲ ਲੋਕ ਸੁਖੀ ਹੋ ਰਹੇ ਹਨ। ਆਖਿਰ ਵਿੱਚ ਕਿਹਾ ਜਾ ਸਕਦਾ ਹੈ ਕਿ ਸੰਤ ਰਾਮਪਾਲ ਜੀ ਮਹਾਰਾਜ ਜੀ ਦੇ ਬਾਰੇ ਵਿੱਚ ਕੀਤੀਆਂ ਗਈਆਂ ਭਵਿੱਖਬਾਣੀਆਂ ਅਤੇ ਉਹਨਾਂ ਵੱਲੋਂ ਦਿੱਤੇ ਗਏ ਗਿਆਨ ਨੇ ਸਾਰੇ ਸੰਸਾਰ ਵਿੱਚ ਇੱਕ ਨਵੀਂ ਚੇਤਨਾ ਭਰ ਦਿੱਤੀ ਹੈ। ਉਹਨਾਂ ਦੀਆਂ ਸਿੱਖਿਆਵਾਂ ਨੇ ਲੋਕਾਂ ਨੂੰ ਸ਼ਾਸਤਰਾਂ ਦੇ ਅਨੁਸਾਰ ਜ਼ਿੰਦਗੀ ਜਿਉਣ ਅਤੇ ਭਗਤੀ ਦੇ ਸਹੀ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ ਹੈ। ਇਹ ਭਵਿੱਖਬਾਣੀਆਂ ਸਿਰਫ ਇੱਕ ਇਨਸਾਨ ਦੇ ਬਾਰੇ ਵਿੱਚ ਨਹੀਂ ਹਨ, ਸਗੋਂ ਇੱਕ ਸ਼ਕਤੀ ਦੇ ਬਾਰੇ ਵਿੱਚ ਹਨ ਜਿਹੜੀ ਮਨੁੱਖਤਾ ਨੂੰ ਸੱਚਾ ਭਗਤੀ ਦਾ ਰਾਹ ਦਿਖਾਉਣ ਦੇ ਲਈ ਉਤਰੀ ਹੈ। ਜੇਕਰ ਤੁਸੀਂ ਵੀ ਮਹਾਨ ਸ਼ਕਤੀ ਸੰਤ ਰਾਮਪਾਲ ਜੀ ਮਹਾਰਾਜ ਜੀ ਦੇ ਇਸ ਅਲੌਕਿਕ ਗਿਆਨ ਅਤੇ ਸਿੱਖਿਆਵਾਂ ਨੂੰ ਜਾਣਨਾ ਚਾਹੁੰਦੇ ਹੋ ਤਾਂ ਸੰਤ ਰਾਮਪਾਲ ਜੀ ਮਹਾਰਾਜ YouTube ਚੈਨਲ ਜਰੂਰ ਦੇਖੋ। ਧੰਨਵਾਦ।